Hello and welcome dear students. So let's continue our learning journey ਔਰ ਅੱਜ ਅਸੀਂ ਸਟਾਰਟ ਕਰਾਂਗੇ ਲੈਸਨ 32। ਸੋ ਅੱਜ ਦੇ ਲੈਸਨ 32 ਦੇ ਵਿੱਚ ਅਸੀਂ ਪ੍ਰੋਗਰਾਮਿੰਗ ਲੈਂਗੁਏजेस ਦੇ ਸਭ ਤੋਂ ਇੰਪੋਰਟੈਂਟ ਟੌਪਿਕ ਲੂਪਸ ਜਿਸ ਤਰ੍ਹਾਂ ਕਿ ਵਾਈਲ, ਡੂ ਵਾਈਲ ਔਰ ਫॉर ਲੂਪ ਨੂੰ ਕਵਰ ਕਰਾਂਗੇ। ਸੋ ਲੈਟਸ ਡਾਈਵ ਇਨ। ਸਭ ਤੋਂ ਪਹਿਲੇ ਸਮਝਦੇ ਹਾਂ ਕਿ ਲੂਪਸ ਕੀ ਹੁੰਦੀਆਂ ਨੇ। ਜਦੋਂ ਅਸੀਂ ਬਾਰ-ਬਾਰ ਕਿਸੇ ਕੰਮ ਨੂੰ ਕਰਨਾ ਹੋਏ, ਰਿਪੀਟਡ ਟਾਸਕ ਨੂੰ ਬਾਰ-ਬਾਰ ਕਰਨਾ ਹੋਏ ਤਾਂ ਉਹ ਲੂਪ ਦੇ ਅੰਦਰ ਆ ਜਾਂਦਾ ਹੈ। ਲੂਪਸ ਆਰ ਬੇਸਿਕਲੀ ਇਨਸਟਰਕਸ਼ਨਸ ਟੂ ਰਿਪੀਟ ਔਰ ਜਿਸ ਤਰੀਕੇ ਨਾਲ ਅਗਰ ਤੁਸੀਂ ਆਪਣਾ ਨਾਮ 10 ਬਾਰ ਪ੍ਰਿੰਟ ਕਰਾਉਣਾ ਚਾਹੁੰਦੇ ਹੋ what will you do in the programming language so normally ਅਸੀਂ ਕੀ ਕਰਾਂਗੇ, ਅਸੀਂ ਕਿਸੇ ਵੀ ਪ੍ਰੋਗਰਾਮਿੰਗ ਲੈਂਗੁਏजेस ਦੇ ਵਿੱਚ ਪ੍ਰਿੰਟ ਸਟੇਟਮੈਂਟ ਨੂੰ 10 ਬਾਰ ਲਿਖਾਂਗੇ ਜਾਂ ਜਾਵਾਸਕ੍ਰਿਪਟ ਦੇ ਅੰਦਰ console.log ਨੂੰ ਬਾਰ-ਬਾਰ ਲਿਖ ਕੇ 10 ਬਾਰ ਉਹ ਨਾਮ ਨੂੰ ਪ੍ਰਿੰਟ ਕਰਾ ਲਾਂਗੇ। but what if you have to do this 1000 times? That's really annoying task to print it 1000 times. So ਇਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਅਸੀਂ ਯੂਜ਼ ਕਰਾਂਗੇ ਲੂਪਸ। ਫਸਟ ਆਫ ਆਲ ਲੈਟਸ ਅੰਡਰਸਟੈਂਡ ਸਿੰਟੈਕਸ ਆਫ ਫॉर ਲੂਪ। ਫॉर ਲੂਪ ਦੇ ਅੰਦਰ ਤਿੰਨ ਪਾਰਟਸ ਹੁੰਦੇ ਨੇ, ਇਨੀਸ਼ੀਅਲਾਈਜੇਸ਼ਨ, ਕੰਡੀਸ਼ਨ, ਇੰਕਰੀਮੈਂਟ ਔਰ ਡਿਕਰੀਮੈਂਟ। ਉਸ ਤੋਂ ਬਾਅਦ ਅਸੀਂ ਕਰਲੀ ਬ੍ਰੈਕਟਸ ਲਗਾਉਂਦੇ ਹਾਂ ਔਰ ਕਰਲੀ ਬ੍ਰੈਕਟਸ ਦੇ ਅੰਦਰ ਜੋ ਸਟੇਟਮੈਂਟਸ ਲਿਖੀਆਂ ਜਾਂਦੀਆਂ ਨੇ ਇਹ ਹੁੰਦੀਆਂ ਨੇ ਜੋ ਬਾਰ-ਬਾਰ ਅਸੀਂ ਐਗਜ਼ੀਕਿਊਟ ਕਰਨੀਆਂ ਔਰ ਇਸ ਨੂੰ ਅਸੀਂ ਬੋਲਦੇ ਹਾਂ ਬੋਡੀ ਆਫ ਦ ਲੂਪ। ਸੋ ਲੈਟਸ ਇੰਪਲੀਮੈਂਟ ਇਟ। ਇਸ ਦੇ ਲਈ ਮੈਂ VS ਕੋਡ ਸਟਾਰਟ ਕਰਾਂਗੀ। ਸੋ ਹਰ ਬਾਰ ਦੀ ਤਰ੍ਹਾਂ VS ਕੋਡ ਦੇ ਅੰਦਰ ਮੈਂ ਇੱਕ ਨਿਊ ਫਾਈਲ ਕ੍ਰੀਏਟ ਕਰਨ ਲੱਗੀ ਹਾਂ ਔਰ ਇਸ ਨਿਊ ਫਾਈਲ ਦਾ ਅਸੀਂ ਨਾਮ ਰੱਖ ਰਹੇ ਹਾਂ loops.html. So this is loops.html ਔਰ ਇਸ ਦੇ ਅੰਦਰ ਹਰ ਬਾਰ ਦੀ ਤਰ੍ਹਾਂ ਅਸੀਂ ਬੋਇਲਰ ਪਲੇਟ ਲੈ ਕੇ ਆਉਣ ਤੋਂ ਬਾਅਦ ਜਾਵਾਸਕ੍ਰਿਪਟ ਦਾ ਕੋਡ ਲਿਖਾਂਗੇ। ਸੋ ਇਸ ਪੇਜ ਦਾ ਜੋ ਟਾਈਟਲ ਹੈ I am quickly going to modify it to loops. So head section ਦੇ ਅੰਦਰ ਅਸੀਂ ਅੱਜ ਜਾਵਾਸਕ੍ਰਿਪਟ ਦੀ ਕੋਡਿੰਗ ਕਰਦੇ ਹਾਂ। ਅਸੀਂ ਲਿਖਾਂਗੇ script tag। तो script tag ਲਿਖ ਕੇ ਇਸ ਦੇ ਅੰਦਰ ਜਾਵਾਸਕ੍ਰਿਪਟ ਦੀ ਕੋਡਿੰਗ ਹੋਏਗੀ। ਸੋ ਲੂਪਸ ਦੇ ਲਈ ਅਸੀਂ for loop ਤੋਂ ਸਟਾਰਟ ਕਰਨ ਲੱਗੇ ਹਾਂ। for loop ਦੇ ਅੰਦਰ ਤਿੰਨ ਪਾਰਟਸ ਹੁੰਦੇ ਨੇ। ਫਸਟ ਇਜ਼ ਇਨੀਸ਼ੀਅਲਾਈਜੇਸ਼ਨ। ਅਸੀਂ ਕਿਸ ਜਗ੍ਹਾ ਤੋਂ ਸਟਾਰਟ ਕਰਨਾ ਚਾਹੁੰਦੇ ਹਾਂ ਔਰ ਉਹ ਕਿੰਨੀ ਵਾਰ ਅਸੀਂ ਐਗਜ਼ੀਕਿਊਟ ਕਰਨਾ ਹੈ। ਫॉर एग्जांपल ਲੈਟਸ ਅਸਿਊਮ ਕਿ ਅਸੀਂ ਜੋ ਵੇਰੀਏਬਲ ਲੈ ਰਹੇ ਹਾਂ ਉਹ 1 ਤੋਂ ਲੈ ਕੇ 10 ਤੱਕ ਚੱਲੇ। ਸੋ ਇਸ ਲਈ ਅਸੀਂ ਸਟਾਰਟ ਜਦੋਂ ਕਰਾਂਗੇ ਵੇਰੀਏਬਲ ਦੀ ਵੈਲਿਊ ਕੀ ਹੋਏਗੀ 1 ਔਰ ਕੰਡੀਸ਼ਨ ਸੈਕਿੰਡ ਪਾਰਟ ਹੈ ਕੰਡੀਸ਼ਨ, ਸੈਮੀਕੋਲਨ ਤੋਂ ਬਾਅਦ ਸੈਕਿੰਡ ਪਾਰਟ ਆਏਗਾ ਜਿਸ ਦੇ ਵਿੱਚ ਅਸੀਂ ਚੈੱਕ ਕਰਾਂਗੇ ਕਿ ਜਿੰਨੀ ਦੇਰ ਤੱਕ i ਦੀ ਵੈਲਿਊ ਲੈਸ ਦੈਨ ਔਰ ਇਕੁਅਲ ਟੂ 10 ਹੈ। ਇਸ ਦਾ ਮਤਲਬ 1 ਤੋਂ ਲੈ ਕੇ 10 ਤੱਕ ਅਸੀਂ ਚੱਲਾਂਗੇ ਔਰ ਹਰ ਵਾਰ ਉਹ ਸੈਟ ਆਫ ਸਟੇਟਮੈਂਟ ਜਿਹੜੀਆਂ ਅਸੀਂ ਐਗਜ਼ੀਕਿਊਟ ਕਰਨੀਆਂ ਨੇ ਉਹ ਕਰਨ ਤੋਂ ਬਾਅਦ ਅਸੀਂ i ਦੀ ਵੈਲਿਊ ਨੂੰ ਇੱਕ ਇੱਕ ਕਰਕੇ ਇਨਕਰੀਮੈਂਟ ਕਰਦੇ ਰਵਾਂਗੇ। ਸੋ ਇਸ ਲਈ ਅਸੀਂ ਪਲੱਸ ਯੂਜ਼ ਕਰ ਰਹੇ ਹਾਂ। ਸੋ ਅਸੀਂ ਇਸ ਨੂੰ ਡਿਕਰੀਮੈਂਟ ਵੀ ਕਰ ਸਕਦੇ ਹਾਂ ਪਰ ਅਸੀਂ 1 ਤੋਂ ਲੈ ਕੇ 10 ਤੱਕ ਜਾਣਾ ਹੈ ਇਸ ਲਈ ਅਸੀਂ ਇਸ ਨੂੰ ਇਨਕਰੀਮੈਂਟ ਕਰ ਰਹੇ ਹਾਂ। ਸੋ ਨਾਓ ਦਿਸ ਇਜ਼ ਦ ਲੂਪ, ਬੋਡੀ ਆਫ ਦ ਲੂਪ। ਸੋ ਜਿਸ ਦੇ ਵਿੱਚ ਅਸੀਂ ਉਹ ਸਟੇਟਮੈਂਟਸ ਲਿਖਣੀਆਂ ਨੇ ਜਿਨ੍ਹਾਂ ਨੂੰ ਅਸੀਂ ਬਾਰ-ਬਾਰ ਐਗਜ਼ੀਕਿਊਟ ਕਰੀਏ। ਫॉर एग्जांपल ਅਗਰ ਅਸੀਂ 10 ਵਾਰ ਆਪਣਾ ਨਾਮ ਪ੍ਰਿੰਟ ਕਰਾਉਣਾ ਚਾਹੁੰਦੇ ਹਾਂ ਤਾਂ ਅਸੀਂ ਕੀ ਲਿਖਾਂਗੇ console.log ਔਰ ਇਸ ਦੇ ਅੰਦਰ ਅਸੀਂ ਨਾਮ ਲਿਖਾਂਗੇ। ਸੋ ਜੋ ਵੀ ਨਾਮ ਤੁਸੀਂ ਪ੍ਰਿੰਟ ਕਰਾਉਣਾ ਚਾਹੁੰਦੇ ਹੋ, ਲੈਟਸ ਅਸਿਊਮ ਆਈ ਵਾਂਟ ਟੂ ਪ੍ਰਿੰਟ ਹੇਅਰ ਮੈਂਟੋਰ ਦਲਜੀਤ ਟੈਕ ਅਕੈਡਮੀ ਔਰ ਮੈਂ console.log ਦੇ ਵਿੱਚ ਇਹ ਚੀਜ਼ ਲਿਖ ਦਿੱਤੀ। ਇਹ ਕਿੰਨੀ ਵਾਰ ਪ੍ਰਿੰਟ ਹੋਏਗਾ 10 ਟਾਈਮਸ ਪ੍ਰਿੰਟ ਹੋਏਗਾ ਪਰ ਉਸ ਦੇ ਲਈ ਸਿਰਫ ਮੈਨੂੰ ਇੱਕ ਵਾਰ ਹੀ ਲਿਖਣਾ ਪਿਆ ਔਰ ਬਾਕੀ ਚੀਜ਼ਾਂ ਮੈਂ ਇਹਦੀ ਲੂਪ ਦੇ ਅੰਦਰ ਸਪੈਸੀਫਾਈ ਕੀਤੀਆਂ ਨੇ 1 ਤੋਂ ਲੈ ਕੇ 10 ਤੱਕ ਪ੍ਰਿੰਟ ਕਰੇਗਾ। ਸੋ ਲੈਟਸ ਚੈੱਕ ਦਿਸ। ਇਸ ਦੇ ਲਈ ਅਸੀਂ ਆਪਣੇ ਲਾਈਵ ਸਰਵਰ ਨੂੰ ਔਨ ਕਰਦੇ ਹਾਂ ਔਰ ਪ੍ਰੋਗਰਾਮ ਦੇ ਕੰਸੋਲ ਤੇ ਜਾ ਕੇ ਅਸੀਂ ਇਸ ਦੀ ਆਉਟਪੁੱਟ ਚੈੱਕ ਕਰਦੇ ਹਾਂ ਐਂਡ ਦੈਨ ਯੂ ਕੈਨ ਸੀ ਕਿ ਸਾਡੇ ਕੋਲ 10 ਬਾਰ ਮੈਂਟੋਰ ਦਲਜੀਤ ਟੈਕ ਅਕੈਡਮੀ ਜੋ ਹੈ ਉਹ ਪ੍ਰਿੰਟ ਹੋ ਚੁੱਕਾ ਹੈ। ਸੋ ਇਸ ਕੰਸੋਲ ਨੂੰ ਤੁਸੀਂ ਇਸ ਤਰੀਕੇ ਨਾਲ ਵੀ ਚੈੱਕ ਕਰ ਸਕਦੇ ਹੋ। Yes, now you can see ਕਿ ਸਾਡੇ ਕੋਲ 10 times the Mentor Daljit Tech Academy print ਹੋ ਚੁੱਕਾ ਹੈ। This is how loop works. Once again, let's have a look at the code. So ਹੁਣ ਅਸੀਂ Mentor Daljit Tech Academy print ਕਰਾਉਣ ਦੀ ਬਜਾਏ ਅਸੀਂ ਉਸ ਨੰਬਰ ਨੂੰ ਪ੍ਰਿੰਟ ਕਰਾ ਰਹੇ ਹਾਂ ਜਿਹਦੇ ਵਿੱਚ ਇਹ ਵੈਲਿਊਜ਼ ਹੈ। ਇਟ ਮੀਨਸ ਕਿ ਅਗਰ ਸਪੋਜ਼ ਕਰੋ ਅਸੀਂ 1 ਤੋਂ ਲੈ ਕੇ 10 ਤੱਕ ਨੰਬਰ ਨੂੰ ਪ੍ਰਿੰਟ ਕਰਾਉਣਾ ਚਾਹੁੰਦੇ ਹਾਂ ਫਿਰ ਅਸੀਂ console.log ਦੇ ਅੰਦਰ i ਦੀ ਵੈਲਿਊ ਜੋ ਕਿ 1 ਤੋਂ ਸਟਾਰਟ ਹੋ ਰਹੀ ਹੈ ਔਰ 10 ਤੱਕ ਪ੍ਰਿੰਟ ਹੋ ਰਹੀ ਹੈ ਇਹ ਵੈਲਿਊ ਨੂੰ ਲਿਖ ਦਵਾਂਗੇ। ਸੋ console.log i। ਸੋ ਨਾਓ ਵੀ ਕੈਨ ਸੀ ਕਿ 1 ਤੋਂ ਲੈ ਕੇ 10 ਤੱਕ ਉਹ ਨੰਬਰ ਜੋ ਹੈ ਪ੍ਰਿੰਟ ਹੋ ਚੁੱਕਾ ਹੈ 1 2 3 ਹਰ ਟਾਈਮ ਇਸ ਦੀ ਵੈਲਿਊ ਜੋ ਹੈ ਇੱਕ ਇੱਕ ਕਰਕੇ ਇਨਕਰੀਮੈਂਟ ਹੋ ਰਹੀ ਹੈ ਐਂਡ ਅਗਰ ਅਸੀਂ ਇਸ ਵੈਲਿਊ ਨੂੰ 2 ਕਰਕੇ ਇਨਕਰੀਮੈਂਟ ਕਰੀਏ then you had to write here i plus is equal to 2। ਇਸ ਦੇ ਨਾਲ ਇਸ ਦੀ ਵੈਲਿਊ 2 ਹਰ ਵਾਰ ਇਸ ਦੀ ਵੈਲਿਊ ਦੇ ਵਿੱਚ 2 ਐਡ ਹੁੰਦਾ ਰਹੇਗਾ। ਜਿਸ ਤਰ੍ਹਾਂ ਫਸਟ ਟਾਈਮ ਤੇ 1 ਹੈ ਔਰ console.log 1 ਪ੍ਰਿੰਟ ਕਰੇਗਾ, ਨੈਕਸਟ ਟਾਈਮ ਤੇ i ਦੀ ਵੈਲਿਊ 3 ਹੋ ਜਾਏਗੀ 3 is less than 10 ਔਰ 3 ਪ੍ਰਿੰਟ ਹੋ ਜਾਏਗਾ। ਅਗੇਨ i ਦੀ ਵੈਲਿਊ 2 ਦੇ ਨਾਲ ਇਨਕਰੀਮੈਂਟ ਹੋਏਗੀ ਔਰ ਇਹ ਵੈਲਿਊ ਹੋ ਜਾਏਗੀ 5 is less than equal to 10 ਔਰ 5 ਦੀ ਵੈਲਿਊ ਪ੍ਰਿੰਟ ਹੋ ਜਾਏਗੀ ਔਰ so on।
ਸੋ ਲੈਟਸ ਚੈੱਕ ਦੀ ਆਊਟਪੁੱਟ। ਸੋ 13579 ਇਸ ਵਾਰ ਸਾਡੀ ਆਊਟਪੁੱਟ ਜੋ ਹੈ ਉਹ 13579 ਤੱਕ ਆਈ ਹੈ, ਨਾ ਕਿ 10 ਤੱਕ, ਕਿਉਂਕਿ ਜਦੋਂ ਅਸੀਂ 9 ਤੋਂ ਬਾਅਦ ਇਸ ਦੀ ਵੈਲਿਊ ਇੰਕਰੀਮੈਂਟ ਹੋਏਗੀ 11 ਇਜ਼ ਲੈਸ ਦੈਨ ਇਕੁਅਲ ਟੂ 10, ਕੰਡੀਸ਼ਨ ਫਾਲਸ ਹੋ ਜਾਂਦੀ ਹੈ ਔਰ ਬਲੌਕ ਆਫ ਸਟੇਟਮੈਂਟਸ ਐਗਜ਼ੀਕਿਊਟ ਨਹੀਂ ਹੁੰਦਾ। ਅਸੀਂ ਜਦੋਂ ਸਟਾਰਟ ਕਰਦੇ ਹਾਂ ਉਸ ਟਾਈਮ ਤੇ i ਦੀ ਵੈਲਿਊ 1 ਹੁੰਦੀ ਹੈ ਔਰ ਕੰਡੀਸ਼ਨ ਚੈੱਕ ਹੁੰਦੀ ਹੈ, ਉਸ ਤੋਂ ਬਾਅਦ ਬਲੌਕ ਐਗਜ਼ੀਕਿਊਟ ਹੁੰਦਾ ਹੈ। ਸੋ ਫਸਟ ਟਾਈਮ ਦੇ ਉੱਪਰ ਫॉर ਲੂਪ ਦੇ ਦੋ ਪਾਰਟਸ ਐਗਜ਼ੀਕਿਊਟ ਹੁੰਦੇ ਨੇ, ਵੈਲਿਊ ਇਨੀਸ਼ੀਅਲਾਈਜੇਸ਼ਨ ਐਂਡ ਦੈਨ कंडीशन चेक होना, और उस तो बाद अगर कंडीशन ट्रू है then the body of the loop is executed। और नेक्स्ट टाइम ते सो पहले इंक्रीमेंट होएगा, फिर कंडीशन चेक होएगी, if the condition is true then second time this block will get executed। सो ये चीज चलती रहती है जब तक कि कंडीशन फॉल्स नहीं हो जाती। सो एक बार फिर ਅਸੀਂ ਇਸ ਲੂਪ ਨੂੰ ਥੋੜਾ ਜਿਹਾ ਹੋਰ ਡਿਟੇਲ ਚ ਸਮਝਣ ਦੇ ਲਈ ਲੈਟਸ ਅਸਿਊਮ I want to print numbers from 50 to 1, then ਫਿਰ ਅਸੀਂ for ਲੂਪ ਨੂੰ ਕਿਸ ਤਰੀਕੇ ਨਾਲ ਲਿਖਾਂਗੇ। ਸੋ ਉਸ ਕੇਸ ਦੇ ਵਿੱਚ ਅਸੀਂ 50 ਤੋਂ ਸਟਾਰਟ ਕਰਨਾ ਹੈ ਔਰ ਅਸੀਂ 1 ਤੱਕ ਜਾਣਾ ਹੈ। ਇਹਦਾ ਮਤਲਬ ਕਿ 50 ਤੋਂ ਸਟਾਰਟ ਕਰਕੇ ਜਦ ਤੱਕ ਸਾਡੀ ਵੈਲਿਊ 1 ਤੱਕ ਨਹੀਂ ਪਹੁੰਚ ਜਾਂਦੀ i is greater than or equal to 1 till then ਅਸੀਂ ਪ੍ਰਿੰਟ ਕਰਦੇ ਰਵਾਂਗੇ, ਪਰ ਹਰ ਵਾਰ ਜੋ ਵੈਲਿਊ ਹੈ ਉਹਨੂੰ ਇੱਕ ਇੱਕ ਕਰਕੇ ਡਿਕਰੀਮੈਂਟ ਕਰਾਂਗੇ। ਸੋ console.log ਦੇ ਅੰਦਰ ਅਸੀਂ i ਦੀ ਵੈਲਿਊ ਨੂੰ ਪ੍ਰਿੰਟ ਕਰਾ ਦਾਂਗੇ। 50 ਤੋਂ ਸਟਾਰਟ ਕਰਕੇ ਅਸੀਂ ਜਦ ਤੱਕ ਵੈਲਿਊ 1 ਤੋਂ ਜ਼ਿਆਦਾ ਹੈ और इक्वल है तब तक ਅਸੀਂ ਉਸ ਨੂੰ ਪ੍ਰਿੰਟ ਕਰਾਵਾਂਗੇ ਔਰ ਹਰ ਵਾਰ ਉਸ ਦੀ ਵੈਲਿਊ ਜੋ ਹੈ ਇੱਕ ਇੱਕ ਵੈਲਿਊ ਕਰਕੇ ਡਿਕਰੀਜ਼ ਹੁੰਦੀ ਰਹੇਗੀ। ਸੋ ਇਸ ਦੇ ਲਈ ਜਿਹੜੀ ਕੰਡੀਸ਼ਨ ਹੈ ਉਹ i greater than equal to 1 ਹੋ ਗਈ ਔਰ ਇਨ ਡਿਕਰੀਮੈਂਟ ਕਰ ਰਹੇ ਹਾਂ ਅਸੀਂ ਵੈਲਿਊ ਨੂੰ 50 ਤੋਂ ਲੈ ਕੇ 1 ਤੱਕ ਪਹੁੰਚਣਾ ਹੈ। ਨਾਓ ਲੈਟਸ ਚੈੱਕ ਦੀ ਆਊਟਪੁੱਟ ਅਗੇਨ। ਸੋ ਸਾਡੀ ਵੈਲਿਊ ਜੋ ਹੈ ਉਹ ਪ੍ਰਿੰਟ ਹੋ ਗਈਆਂ ਨੇ। ਯੂ ਕੈਨ ਚੈੱਕ ਕਿ ਕਾਫੀ ਲੈਂਥੀ ਆਊਟਪੁੱਟ ਆਈ ਹੈ ਸਾਡੀ। 50 ਤੋਂ ਸਟਾਰਟ ਹੋਈ ਹੈ, 50 49 48 ਸੋ ਔਨ ਕਰਦੇ ਕਰਦੇ ਅਸੀਂ 1 ਤੱਕ ਪਹੁੰਚ ਗਏ। ਅਗਰ ਅਸੀਂ ਇਸ ਚੀਜ਼ ਨੂੰ ਵੈਸੇ ਹੀ ਪ੍ਰਿੰਟ ਕਰਨਾ ਹੁੰਦਾ ਵਿਦਆਊਟ ਯੂਜ਼ਿੰਗ ਲੂਪਸ ਤਾਂ ਸਾਨੂੰ ਕੀ ਕਰਨਾ ਪੈਣਾ ਸੀ, console.log ਸਾਨੂੰ ਬਾਰ-ਬਾਰ 50 49 48 ਸੋ ਔਨ ਵੈਲਿਊਜ਼ ਨੂੰ ਪ੍ਰਿੰਟ ਕਰਾਉਣਾ ਪੈਣਾ। ਸੋ ਡੈਫੀਨਿਟਲੀ ਲੂਪਸ ਨੇ ਸਾਡਾ ਕੰਮ ਈਜ਼ੀ ਕਰ ਦਿੱਤਾ। ਨਾਓ ਲੈਟਸ ਟਰਾਈ ਟੂ ਅੰਡਰਸਟੈਂਡ ਫॉर ਲੂਪ ਯੂਜ਼ਿੰਗ ਅ ਫਲੋ ਚਾਰਟ। ਸੋ ਜੋ ਫਰਸਟ ਹੈ ਯੈਲੋ ਦੇ ਵਿੱਚ ਡਿਨੋਟ ਕੀਤਾ ਹੋਇਆ ਦਿਸ ਇਜ਼ ਇਨੀਸ਼ੀਅਲਾਈਜੇਸ਼ਨ ਔਰ ਉਸ ਤੋਂ ਬਾਅਦ ਕੰਡੀਸ਼ਨ ਟੈਸਟ ਹੁੰਦੀ ਹੈ, ਦੈਨ ਬੋਡੀ ਆਫ ਦ ਲੂਪ ਐਗਜ਼ੀਕਿਊਟ ਕੀਤੀ ਜਾਂਦੀ ਹੈ। ਇਫ ਦ ਕੰਡੀਸ਼ਨ ਇਜ਼ ਟਰੂ, ਇਫ ਦ ਕੰਡੀਸ਼ਨ ਇਜ਼ ਫਾਲਸ ਦੈਨ ਅਸੀਂ ਲੂਪ ਤੋਂ ਬਾਹਰ ਆ ਜਾਂਦੇ ਹਾਂ। ਬੋਡੀ ਆਫ ਦ ਲੂਪ ਐਗਜ਼ੀਕਿਊਟ ਹੋਣ ਤੋਂ ਬਾਅਦ ਇੰਕਰੀਮੈਂਟ ਔਰ ਡਿਕਰੀਮੈਂਟ ਹੁੰਦਾ ਹੈ ਔਰ ਦੁਬਾਰਾ ਤੋਂ ਕੰਡੀਸ਼ਨ ਟੈਸਟ ਹੁੰਦੀ ਹੈ। ਔਰ ਅਗਰ ਅਸੀਂ ਇਹਦੀ ਇੱਕ ਐਗਜ਼ਾਮਪਲ ਲੈ ਕੇ ਦੇਖੀਏ, ਲੈਟਸ ਅਸਿਊਮ i is equal to 1, i less than equal to 5। ਸੋ 1 ਤੋਂ ਸਟਾਰਟ ਕਰਦੇ ਹਾਂ, 1 is less than equal to 5। ਜਦੋਂ ਇਹ ਟਰੂ ਹੈ ਤੇ ਅਸੀਂ ਉਸ ਦੀ ਵੈਲਿਊ ਨੂੰ ਪ੍ਰਿੰਟ ਕਰਾਂਗੇ ਔਰ i ਦੀ ਵੈਲਿਊ ਨੂੰ ਇਨਕਰੀਮੈਂਟ ਕਰ ਦਾਂਗੇ। i ਦੀ ਵੈਲਿਊ 2 ਹੋ ਜਾਏਗੀ, 2 is less than equal to 5, yes it is true। ਅਗੇਨ ਉਹ ਵੈਲਿਊ ਪ੍ਰਿੰਟ ਹੋਏਗੀ ਔਰ ਫਿਰ ਇਨਕਰੀਮੈਂਟ ਹੋ ਜਾਏਗਾ। ਇਸ ਤਰੀਕੇ ਨਾਲ ਕਰਦੇ ਕਰਦੇ ਜਦੋਂ ਅਸੀਂ ਲਾਸਟ 5 ਤੇ ਪਹੁੰਚਦੇ ਹਾਂ 5 ਵੀ ਪ੍ਰਿੰਟ ਹੋ ਜਾਏਗਾ ਔਰ i ਦੀ ਵੈਲਿਊ ਹੋ ਜਾਏਗੀ 6। 6 is less than equal to 5, this is false ਔਰ ਅਸੀਂ ਲੂਪ ਤੋਂ ਬਾਹਰ ਆ ਜਾਂਦੇ ਹਾਂ। I hope now the for loop is completely clear to you। Just type in the comment box। So ਤੁਸੀਂ for loop use ਕਰਕੇ ਕਿਹੜਾ ਕੰਮ ਹੈ ਜੋ ਬਾਰ-ਬਾਰ ਕਰਵਾਉਣਾ ਚਾਹੋਗੇ। Now let's go to the second loop, while loop। So while loop ਦਾ ਸਿੰਟੈਕਸ ਕੀ ਹੈ? while loop ਦੇ ਵਿੱਚ ਅਸੀਂ ਇਨੀਸ਼ੀਅਲਾਈਜੇਸ਼ਨ while loop ਤੋਂ ਬਾਹਰ ਹੀ ਕਰ ਦਿੰਦੇ ਹਾਂ। ਉਸ ਤੋਂ ਬਾਅਦ while loop ਦੇ ਅੰਦਰ ਸਿਰਫ ਕੰਡੀਸ਼ਨ ਚੈੱਕ ਕੀਤੀ ਜਾਂਦੀ ਹੈ ਔਰ body of the loop ਦੇ ਅੰਦਰ ਹੀ ਇੰਕਰੀਮੈਂਟ ਔਰ ਡਿਕਰੀਮੈਂਟ ਹੁੰਦਾ ਹੈ। while loop is very similar to for loop, ਬਸ ਇਸ ਦੇ ਵਿੱਚ ਅਸੀਂ ਜੋ ਇਨੀਸ਼ੀਅਲਾਈਜੇਸ਼ਨ ਹੈ ਉਹ ਬਾਹਰ ਕਰਨੀ ਹੈ, ਕੰਡੀਸ਼ਨ ਚੈੱਕ ਕਰਨੀ ਹੈ। if the condition is true then the body of the loop is executed ਔਰ increment ਔਰ decrement is also done in the body of the loop। ਇਸ ਤਰੀਕੇ ਨਾਲ ਇਹ ਲੂਪ ਕੰਮ ਕਰਦੀ ਹੈ। ਜਦੋਂ ਇਹ ਕੰਡੀਸ਼ਨ ਟਰੂ ਹੈ ਫਿਰ ਸਾਡਾ ਕੋਡ ਐਗਜ਼ੀਕਿਊਟ ਹੋਏਗਾ ਔਰ ਬਾਰ-ਬਾਰ ਇੰਕਰੀਮੈਂਟ ਡਿਕਰੀਮੈਂਟ ਹੋਣ ਤੋਂ ਬਾਅਦ ਜਾਂ ਕੋਡ ਐਗਜ਼ੀਕਿਊਟ ਹੋਣ ਤੋਂ ਬਾਅਦ ਸਾਡੀ ਫਿਰ ਕੰਡੀਸ਼ਨ ਚੈੱਕ ਹੋਏਗੀ। ਅਗਰ ਕੰਡੀਸ਼ਨ ਟਰੂ ਹੈ ਦੁਬਾਰਾ ਤੋਂ ਬਲੌਕ ਐਗਜ਼ੀਕਿਊਟ ਹੁੰਦਾ ਰਹੇਗਾ ਔਰ ਜੇ ਕੰਡੀਸ਼ਨ ਫਾਲਸ ਹੋ ਗਈ ਤਾਂ ਅਸੀਂ ਲੂਪ ਚੋਂ ਬਾਹਰ ਨਿਕਲ ਜਾਵਾਂਗੇ। ਸੋ ਜੋ ਕੰਮ ਅਸੀਂ ਫॉर ਲੂਪ ਦੇ ਨਾਲ ਕੀਤਾ ਸੀ ਹੁਣ ਸੇਮ ਕੰਮ ਅਸੀਂ ਵਾਈਲ ਲੂਪ ਦੇ ਨਾਲ ਕਰਕੇ ਦੇਖਾਂਗੇ। ਸੋ ਜੋ ਫॉर ਲੂਪ ਦੇ ਨਾਲ ਕੀਤਾ ਸੀ I am going to put it in the comments। ਸੋ ਇਸ ਨੂੰ ਅਸੀਂ ਕਮੈਂਟਸ ਦੇ ਵਿੱਚ ਪਾ ਦਿੰਦੇ ਹਾਂ ਔਰ ਹੁਣ ਅਸੀਂ ਸਟਾਰਟ ਕਰਾਂਗੇ ਵਾਈਲ ਲੂਪ। ਸੋ while loop ਦੇ ਵਿੱਚ ਵੀ ਸਭ ਤੋਂ ਪਹਿਲੇ ਸਟਾਰਟ ਕਰਦੇ ਹਾਂ ਅਸੀਂ ਆਪਣਾ ਨਾਮ 10 ਵਾਰ ਪ੍ਰਿੰਟ ਕਰਵਾਉਣਾ ਹੈ। ਸੋ ਅਗੇਨ ਉਸੇ ਤਰੀਕੇ ਦੇ ਨਾਲ ਸਾਡੇ ਕੋਲ ਕੋਈ ਵੇਰੀਏਬਲ ਹੋਏਗਾ। ਲੈਟਸ ਅਸਿਊਮ ਦਿਸ ਟਾਈਮ ਵੇਰੀਏਬਲ ਇਜ਼ ਨੰਬਰ n। ਤੋ n ਨੂੰ ਅਸੀਂ ਸਟਾਰਟ ਕਰਾਂਗੇ 1 ਤੋਂ ਔਰ ਤਦ ਤੱਕ ਕਰਾਂਗੇ ਜਦ ਤੱਕ n ਦੀ ਵੈਲਿਊ 10 ਨਹੀਂ ਹੋ ਜਾਂਦੀ। ਸੋ ਇਟ ਮੀਨਸ ਸਾਡੇ ਕੋਲ ਕੰਡੀਸ਼ਨ ਕੀ ਆਏਗੀ, while n is less than equal to 10। ਔਰ ਕਰਨਾ ਕੀ ਚਾਹੁੰਦੇ ਹਾਂ ਅਸੀਂ ਬਾਰ-ਬਾਰ ਉਸ ਲੂਪ ਦੇ ਅੰਦਰ ਅਸੀਂ ਕੁਝ ਵੈਲਿਊ ਨੂੰ ਪ੍ਰਿੰਟ ਕਰਵਾਉਣਾ ਚਾਹੁੰਦੇ ਹਾਂ। ਇਟ ਕੈਨ ਬੀ ਵੈਲਿਊ ਆਫ ਨੰਬਰ ਇਟਸੈਲਫ ਔਰ ਇਟ ਕੈਨ ਬੀ ਯੋਰ ਨੇਮ।
ਇਟ ਕੈਨ ਬੀ ਬੋਥ। ਅਸੀਂ ਨੰਬਰ ਔਰ ਨਾਮ ਵੀ ਨਾਲ ਪ੍ਰਿੰਟ ਕਰਵਾਉਣਾ ਹੈ। ਸੋ ਉਸ ਤੋਂ ਬਾਅਦ console.log ਦੇ ਵਿੱਚ ਨੈਕਸਟ ਸਟੇਟਮੈਂਟ ਜੋ ਅਸੀਂ ਲਿਖ ਦਿੱਤੀ ਹੈ ਉਹ ਲਿਖ ਦਿੱਤੀ ਹੈ ਮੈਂਟੋਰ ਦਲਜੀਤ। ਸੋ ਇਹ ਚੀਜ਼ ਅਸੀਂ ਪ੍ਰਿੰਟ ਕਰਾਵਾਂਗੇ। ਦਾ ਮਤਲਬ ਕਿ ਹਰ ਵੈਲਿਊ ਨੰਬਰ ਪ੍ਰਿੰਟ ਹੋਏਗਾ ਔਰ ਉਸ ਤੋਂ ਬਾਅਦ ਮੈਂਟੋਰ ਦਲਜੀਤ ਲਿਖਿਆ ਜਾਏਗਾ। ਔਰ ਕਿੰਨੀ ਬਾਰ ਹੋਏਗਾ ਇਹ 10 ਟਾਈਮ, ਕਿਉਂਕਿ ਅਸੀਂ 1 ਤੋਂ ਲੈ ਕੇ 10 ਤੱਕ ਚੱਲਣਾ ਹੈ। ਔਰ ਕਿੰਨੀ ਬਾਰ ਇਨਕਰੀਮੈਂਟ ਕਰਾਂਗੇ, ਇਹਦਾ ਮਤਲਬ ਅਸੀਂ ਵੈਲਿਊ ਨੂੰ ਇੱਕ ਇੱਕ ਕਰਕੇ ਇਨਕਰੀਮੈਂਟ ਕਰਾਂਗੇ। ਸੋ ਵੀ ਵਿਲ ਰਾਈਟ I++। ਲੈਟਸ ਚੈੱਕ ਦੀ ਆਊਟਪੁੱਟ। ਸੋ ਸਾਡੇ ਪ੍ਰੋਗਰਾਮ ਦੇ ਵਿੱਚ ਐਰਰ ਕੀ ਆ ਰਹੀ ਹੈ, this I is not defined। ਓਕੇ, ਸੋ ਲੈਟਸ ਗੋ ਟੂ ਦਾ ਕੋਡ। ਅਸੀਂ ਇੱਥੇ I ਇਨਕਰੀਮੈਂਟ ਕਰ ਦਿੱਤਾ ਜਦਕਿ ਅਸੀਂ n++ ਕਰਨਾ ਸੀ। n ਦੀ ਵੈਲਿਊ ਨੂੰ ਇਨਕਰੀਮੈਂਟ ਕਰਨਾ ਸੀ। this time we have a variable n। the output again, it has printed number 1 mentor Daljit, 2 mentor Daljit, like this। so till 10 ਇਸ new values ਨੂੰ print ਕਰ ਦਿੱਤਾ। I hope while loop is also clear to you। ਇਸ ਤੋਂ ਬਾਅਦ ਅਸੀਂ third type of loop ਜੋ ਹੈ ਉਸ ਨੂੰ ਸਮਝਾਂਗੇ। third type of ਜੋ loop ਹੈ ਉਹ ਹੈ do while। do while ਦਾ syntax ਕੁਝ ਥੋੜਾ ਜਿਹਾ different ਹੈ। ਇਸ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਜੋ statement ਜੋ body execute ਕਰਨੀ ਹੈ ਉਹ ਪਹਿਲੇ ਆਂਦੀ ਹੈ ਔਰ condition ਬਾਅਦ ਵਿੱਚ ਆਂਦੀ ਹੈ। So that's the main difference in the working of while and do while loop। do while ਦੇ ਵਿੱਚ ਕੀ ਹੋਏਗਾ ਕਿ ਅਸੀਂ ਜਦੋਂ ਸਟਾਰਟ ਕਰਾਂਗੇ ਉਸ ਟਾਈਮ ਤੇ ਸਭ ਤੋਂ ਪਹਿਲੇ ਅਸੀਂ ਜੋ ਸਟੇਟਮੈਂਟਸ ਐਗਜ਼ੀਕਿਊਟ ਕਰਨਾ ਚਾਹੁੰਦੇ ਹਾਂ ਉਹ ਕਰਕੇ ਫਿਰ ਚੈੱਕ ਕਰਾਂਗੇ ਕੰਡੀਸ਼ਨ ਟਰੂ ਹੈ ਕਿ ਫਾਲਸ। ਇਟ ਮੀਨਸ ਪਹਿਲੇ ਕੰਮ ਕਰਨਾ ਹੈ ਫਿਰ ਕੰਡੀਸ਼ਨ ਚੈੱਕ ਕਰਨੀ ਹੈ। ਇਫ ਇਟ ਇਜ਼ ਟਰੂ then again that job will be done। ਇਟ ਮੀਨਸ ਲੂਪ ਦੇ ਅੰਦਰ ਬਾਰ-ਬਾਰ ਫਿਰ ਦੁਬਾਰਾ ਤੋਂ ਕੰਮ ਕੀਤਾ ਜਾਏਗਾ ਔਰ ਅਗਰ ਕੰਡੀਸ਼ਨ ਫਾਲਸ ਹੋਗੀ ਫਿਰ ਅਸੀਂ ਰੁਕ ਜਾਵਾਂਗੇ। ਸੋ ਐਟ ਲੀਸਟ once the code will get executed ਚਾਹੇ condition true ਹੈ ਜਾਂ false। so that is the major difference between while and do while। do while ਦੇ ਵਿੱਚ ਜੋ code ਹੈ it runs at least once even when the condition is false। but while ਦੇ case ਦੇ ਵਿੱਚ if the condition is false at the beginning the code will not get executed। the body of the statement will not get executed। so ਇਸ ਨੂੰ understand ਕਰਨ ਲਈ ਅਸੀਂ ਥੋੜੀ ਜਿਹੀ different example ਲੈ ਕੇ ਚੱਲਦੇ ਹਾਂ ਔਰ I'm going to put this in the comment। ਜੋ while loop ਦਾ ਕੰਮ ਸੀ ਅਸੀਂ ਉਸ ਨੂੰ comments ਦੇ ਵਿੱਚ ਪਾ ਦਿੱਤਾ ਔਰ ਹੁਣ ਅਸੀਂ do while ਨੂੰ ਕਰਨਾ ਹੈ। do while ਦੇ ਲਈ ਵੀ ਅਸੀਂ ਇੱਕ variable ਲੈ ਲਿਆ। let's assume I have taken the variable answer ਔਰ answer variable ਦੇ ਵਿੱਚ ਕੀ value ਹੈ ਇਹ ਅਸੀਂ ਬਾਅਦ ਵਿੱਚ user ਤੋਂ input ਕਰਾਵਾਂਗੇ ਔਰ ਅਸੀਂ ਕਰਨਾ ਕੀ ਚਾਹੁੰਦੇ ਹਾਂ ਅਸੀਂ user ਤੋਂ input ਲਵਾਂਗੇ answer ਦੇ ਅੰਦਰ। ਅਸੀਂ pop-up boxes ਦੇ ਅੰਦਰ prompt ਨੂੰ ਰਨ ਕਰਕੇ ਦੇਖਿਆ ਸੀ and we are going to use the same thing here। ਸੋ ਪ੍ਰੌਂਪਟ ਦੇ ਅੰਦਰ ਅਸੀਂ ਯੂਜ਼ਰ ਤੋਂ ਪੁੱਛਾਂਗੇ ਕਿ ਉਹ ਕੰਟੀਨਿਊ ਕਰਨਾ ਚਾਹੁੰਦਾ ਹੈ ਕਿ ਨਹੀਂ। ਸੋ ਟਾਈਪ yes to continue। ਸੋ ਯੂਜ਼ਰ ਦੇ ਲਈ we are writing type yes to continue। ਸੋ ਅਗਰ ਤੇ ਯੂਜ਼ਰ ਦੀ ਇਨਪੁਟ yes ਹੋਏਗੀ ਫਿਰ ਅਸੀਂ ਕੰਟੀਨਿਊ ਕਰਾਂਗੇ। ਅਗਰ yes ਤੋਂ ਬਿਨਾ ਯੂਜ਼ਰ ਨੇ ਕੁਝ ਹੋਰ ਟਾਈਪ ਕੀਤਾ ਫਿਰ ਅਸੀਂ ਲੂਪ ਦੇ ਅੰਦਰ ਨਹੀਂ ਆਵਾਂਗੇ। ਸੋ ਸਾਡੀ ਕੰਡੀਸ਼ਨ ਕੀ ਹੈ while answer is equal to yes। ਅਗਰ ਤੇ yes ਹੈ ਤੇ ਕੰਟੀਨਿਊ ਕਰੋ ਔਰ ਨਹੀਂ ਹੈ ਤੇ ਫਿਰ ਅਸੀਂ ਇਸ ਤੋਂ ਬਾਹਰ ਨਿਕਲ ਜਾਵਾਂਗੇ। ਨਾਓ ਲੈਟਸ ਚੈੱਕ। ਸਟਾਰਟਿੰਗ ਦੇ ਵਿੱਚ ਆਨਸਰ ਦੇ ਵਿੱਚ ਕੋਈ ਵੈਲਿਊ ਨਹੀਂ ਹੈ। ਇਟ ਮੀਨਸ ਆਨਸਰ ਇਜ਼ ਹੈਵਿੰਗ ਨੋ ਵੈਲਿਊ ਲਾਈਕ ਦਿਸ। ਸੋ ਅਸੀਂ ਇਸ ਨੂੰ ਕੰਪੇਅਰ ਅਗਰ ਕਰੀਏ ਆਨਸਰ ਇਜ਼ yes, no it is not, but yes it will get executed once। so ਚੈੱਕ ਕਰਦੇ ਹਾਂ। so type yes to continue। so yes, let's do this yes and okay। yes it is coming again। now agar suppose ਹੁਣ ਅਸੀਂ ਕੁਝ ਨਹੀਂ ਐਂਟਰ ਕੀਤਾ then it is not giving us something to enter। so it means ਅਸੀਂ ਲੂਪ ਦੇ ਅੰਦਰ ਤਾਂ ਹੀ ਐਂਟਰ ਕਰਾਂਗੇ ਅਗਰ ਅਸੀਂ yes ਪ੍ਰੈਸ ਕਰਦੇ ਹਾਂ ਅਦਰਵਾਈਜ਼ ਅਸੀਂ ਲੂਪ ਤੋਂ ਬਾਹਰ ਆ ਜਾਵਾਂਗੇ ਔਰ ਅਗਰ ਇਹੀ ਕੰਮ ਅਸੀਂ while ਦੇ ਨਾਲ ਕਰਦੇ ਤੇ ਸਾਡੀ ਲੂਪ ਜਿਹੜੀ ਸੀ ਉਹ ਫਸਟ ਟਾਈਮ ਤੇ ਵੀ ਐਗਜ਼ੀਕਿਊਟ ਨਹੀਂ ਸੀ ਹੋਣੀ। so this is how we can work using for loop, while loop and do while loop। I'm going to put this again in the comments। for loop ਦੇ ਨਾਲ ਇੱਕ ਛੋਟੀ ਜਿਹੀ ਐਗਜ਼ਾਮਪਲ ਹੋਰ ਕਰਕੇ ਦੇਖਦੇ ਹਾਂ। let's assume I want to print a table। so ਉਹ ਟੇਬਲ ਜਿਸ ਦਾ ਪ੍ਰਿੰਟ ਕਰਨਾ ਹੈ ਜਿਸ ਤਰੀਕੇ ਨਾਲ ਤੁਸੀਂ ਨੰਬਰ ਕਿਸੇ ਦਾ ਵੀ ਟੇਬਲ ਪ੍ਰਿੰਟ ਕਰਦੇ ਸੀ। let's assume your number is ਜਿਸ ਦਾ ਤੁਸੀਂ ਟੇਬਲ ਪ੍ਰਿੰਟ ਕਰਾਣਾ ਹੈ that number is let's assume you can give any number। I'm going to take 13। okay, so 13 ਦਾ ਟੇਬਲ ਅਸੀਂ ਪ੍ਰਿੰਟ ਕਰਾਣਾ ਹੈ ਤਾਂ ਅਸੀਂ ਜਦੋਂ ਟੇਬਲ ਪ੍ਰਿੰਟ ਕਰਾਉਂਦੇ ਆ ਉਦੋਂ ਅਸੀਂ 1 ਤੋਂ ਲੈ ਕੇ 10 ਤੱਕ ਵੈਲਿਊਜ਼ ਨੂੰ ਲੈਂਦੇ। so while I is equal to 1 I is less than equal to 10 10 ਤੱਕ ਜਾਵਾਂਗੇ ਔਰ ਹਰ ਬਾਰ I ਦੀ ਵੈਲਿਊ ਨੂੰ ਇਨਕਰੀਮੈਂਟ ਕਰਾਂਗੇ ਔਰ console.log ਦੇ ਅੰਦਰ ਅਸੀਂ ਕੀ ਪ੍ਰਿੰਟ ਕਰਾਣਾ ਹੈ console.log ਦੇ ਅੰਦਰ ਅਸੀਂ ਨੰਬਰ then ਅਸੀਂ concatenate ਕਰਾਂਗੇ ਕਿ ਸਾਡਾ ਜੋ ਸਿੰਬਲ ਹੈ ਮਲਟੀਪਲਾਈ ਦਾ ਆ ਜਾਏ। ਇਸ ਦੇ ਲਈ ਮੈਂ x ਯੂਜ਼ ਕਰ ਰਹੀ ਹਾਂ। you can also use star ਜੋ ਵੀ ਤੁਸੀਂ ਸਕਰੀਨ ਤੇ ਪ੍ਰਿੰਟ ਕਰਾਣਾ ਚਾਹੁੰਦੇ ਹੋ। so ਨੰਬਰ ਔਰ ਉਸ ਤੋਂ ਬਾਅਦ ਮਲਟੀਪਲਾਈ ਦਾ ਸਾਈਨ and then
I ਦੇ ਨਾਲ ਉਹ ਮਲਟੀਪਲਾਈ ਹੋਏਗਾ ਔਰ ਉਸ ਤੋਂ ਬਾਅਦ is equal to ਲਿਖਣ ਤੋਂ ਬਾਅਦ ਅਸੀਂ ਉਸ ਆਨਸਰ ਨੂੰ ਪ੍ਰਿੰਟ ਕਰਨਾ ਚਾਹੁੰਦੇ। So your answer is this is number multiply I. So this is what output we want. So ਇਸ ਦੇ ਨਾਲ ਕੀ ਹੋਏਗਾ ਕਿ ਸਾਡਾ ਟੇਬਲ ਪ੍ਰਿੰਟ ਹੋ ਜਾਏਗਾ ਔਰ ਜੋ ਟੇਬਲ ਹੈ ਉਹ ਕਿਸ ਨੰਬਰ ਦਾ ਹੈ ਨੰਬਰ 13। ਲੈਟਸ ਚੈੱਕ ਕਿ ਟੇਬਲ ਪ੍ਰਿੰਟ ਹੋ ਰਿਹਾ ਹੈ ਕਿ ਨਹੀਂ। ਅਸੀਂ ਕੰਸੋਲ ਦੇ ਉੱਪਰ ਪ੍ਰਿੰਟ ਕਰਾਇਆ ਸੀ ਯੈਸ, ਸੋ ਇਸ ਲਈ ਸਾਨੂੰ ਕੰਸੋਲ ਤੇ ਜਾ ਕੇ ਚੈੱਕ ਕਰਨਾ ਪਏਗਾ। Yes, this is the table. 13 is to 1 is 13, 13 2s are 26, 13 3s are 39, 13 4s are 52. So this is the table ਜੋ ਅਸੀਂ 130 ਤੱਕ ਪ੍ਰਿੰਟ ਕਰਾ ਦਿੱਤਾ ਹੈ ਨਾ। ਇੰਟਰਸਟਿੰਗ। ਲੈਟਸ ਅਸਿਊਮ ਤੁਸੀਂ ਇਹ ਜੋ ਨੰਬਰ ਹੈ ਯੂਜ਼ਰ ਤੋਂ ਇਨਪੁਟ ਲੈਣਾ ਚਾਹੁੰਦੇ ਹੋ। ਫਿਰ ਅਸੀਂ ਕੀ ਕਰਾਂਗੇ, ਨੰਬਰ ਫਾਰਮੈਟ ਦੇ ਵਿੱਚ ਇਨਪੁਟ ਲੈਣੀ ਹੈ ਔਰ ਅਸੀਂ ਪ੍ਰੌਂਪਟ ਦੇ ਨਾਲ ਇਨਪੁਟ ਲੈ ਲੈਂਦੇ ਹਾਂ। ਸੋ ਵੀ ਕੈਨ ਯੂਜ਼ ਹੇਅਰ ਪ੍ਰੌਂਪਟ enter the number। so ਹੁਣ ਜੋ ਵੀ ਯੂਜ਼ਰ ਨੰਬਰ ਪ੍ਰਿੰਟ ਕਰੇਗਾ ਅਸੀਂ ਉਸੇ ਨੰਬਰ ਦਾ ਜੋ ਟੇਬਲ ਹੈ ਉਹ ਪ੍ਰਿੰਟ ਕਰਾਂਗੇ। ਫਸਟ ਆਫ ਆਲ ਸੋ ਇਸ ਦੇ ਵਿੱਚ ਅਸੀਂ ਯੂਜ਼ਰ ਤੋਂ ਨੰਬਰ ਦੇ ਲਈ ਪੁੱਛਾਂਗੇ, ਫਿਰ ਉਸ ਤੋਂ ਬਾਅਦ ਉਸ ਨੰਬਰ ਦਾ ਟੇਬਲ ਪ੍ਰਿੰਟ ਕਰਾਂਗੇ। ਸੋ ਲੈਟਸ ਚੈੱਕ ਦਿਸ। ਸੋ ਯੈਸ ਇਸ ਆਸਕਿੰਗ ਫॉर ਨੰਬਰ। ਲੈਟਸ ਅਸਿਊਮ ਦਿਸ ਟਾਈਮ ਆਈ ਐਮ ਗੋਇੰਗ ਟੂ ਪ੍ਰਿੰਟ 15 ਦਾ ਟੇਬਲ ਅਸੀਂ ਪ੍ਰਿੰਟ ਕਰਾ ਕੇ ਦੇਖਣਾ ਚਾਹੁੰਦੇ ਹਾਂ ਔਰ ਕੰਸੋਲ ਦੇ ਵਿੱਚ ਜਾ ਕੇ ਹੀ ਸਾਨੂੰ ਆਊਟਪੁੱਟ ਚੈੱਕ ਕਰਨੀ ਪਏਗੀ। ਸੋ ਹੁਣ 15 ਦਾ ਟੇਬਲ ਜੋ ਹੈ ਉਹ ਪ੍ਰਿੰਟ ਹੋ ਗਿਆ। 15 1s are 15, 15 2s are 30. I hope this looping statement session is clear to you and you will try this table generation program using while and do while loop as well. Share your doubts and feedback in the comment box. And if you are able to do that, you have just unlocked one of the most important and powerful skill in programming, repetitive automation. So in the upcoming lessons, we will work with arrays and functions and much more. Stay connected. Thank you. Have a nice time.